तीसरा चिन्ह जिहड़ा श्रवण दा वो हैगी अपूर्वता। अपूर्वता उहनूं कहंदे ने भी गुर बिन ज्ञान ना होए। जे सौ चंदा उगवै सूरज चढ़ै हजार, इत्ते चानण होंदियां गुर बिन घोर अंधार। इहनूं अपूर्वता कहंदे ने। जिन्ने मर्जी कोई पढ़ लवे, जिन्ना मर्जी कोई पढ़ लवे, पर गुरु तो बिना बंदे नूं ज्ञान हुंदा ही नहीं है। ਲੱਖਾਂ ਯਤਨ कर लो, उस्ताद तो बिना विद्या का ज्ञान नहीं हुंदा। ਸਕੂਲ ਦੇ ਮਾਸਟਰ ਨੂੰ ਗੁਰੂ ਕਿਹਾ ਜਾਂਦਾ ਹੈ, ਉਹ ਗੁਰੂ ਵਿਦਿਆ ਗੁਰੂ ਹੁੰਦਾ ਹੈ। ਉਹਦੇ ਤੋਂ ਬਿਨਾ ਸਾਨੂੰ ਗਿਆਨ ਹੋ ਹੀ ਨਹੀਂ ਸਕਦਾ। ਜਿੰਨਾ ਮਰਜੀ ਘਰੇ ਕੋਈ ਬਹਿ ਕੇ ਕਿਤਾਬਾਂ ਪੜ੍ਹੀ ਜਾਵੇ, ਪਰ ਜਿਹੜੀ ਚੀਜ਼ ਉਹਨੇ ਦੱਸਣੀ ਆ ਉਹ ਨਹੀਂ ਕੋਈ ਦੱਸ ਸਕਦਾ। ਸੋ ਇਸੇ ਪ੍ਰਕਾਰ ਜਿਹੜਾ ਗਿਆਨ ਗੁਰੂ ਨਾਨਕ ਦੇਵ ਜੀ ਨੇ ਦੇਣਾ ਨਾ, ਇਹ ਗਿਆਨ ਅੱਜ ਤੱਕ ਕੋਈ ਦੇ ਹੀ ਨਹੀਂ ਸਕਿਆ। ਔਰ ਇੰਨਾ ਸੌਖਾ ਗਿਆਨ ਹੈ, ਇਸ ਤੋਂ ਸੌਖਾ ਕੁਛ ਵੀ ਨਹੀਂ ਹੈ ਜਿੰਨਾ ਸੌਖਾ ਆਪਾਂ ਨੂੰ ਗੁਰਸਿੱਖਾਂ ਨੂੰ ਦਾਤ ਬਖਸ਼ੀ ਹੈ। ਇਹਦੇ ਨਾਲੋਂ ਸੌਖਾ ਗਿਆਨ ਕੋਈ ਨਹੀਂ। ਤਾਂ ਮਹਾਰਾਜ ਕਹਿੰਦੇ ਇਹਨੂੰ ਅਪੂਰਵਤਾ ਕਿਹਾ। ਫਿਰ ਅਪੂਰਵਤਾ ਤੋਂ ਬਾਅਦ ਇਹ ਦੇਖਣਾ ਹੈ ਕਿ ਲਾਭ ਕੀ ਹੈ। श्रवण वाले ने पहले ये गल पुछनी है, आ बाणी का की फल है, ਇਹਦਾ की लाभ है, फिर की लाभ होएगा। ये आम बंदा पुछदा है महाराज तुहाडी बाणी पढ़ के की लाभ होएगा। महाराज कहते ने ज्यों जल मह जल आए खटाना, त्यों ज्योति संग जोत समाना। कहने ब्रह्म ज्ञान दिना मैं, ब्रह्म ज्ञान गुरबाणी राही जे निष्काम होके बाणी पढ़े, ये फल है, श्रवण का फल है। ये श्रवण का चौथा चिन्ह आपां देख लिया। फिर पंजवां चिन्ह जिहड़ा अर्थवाद आउंदा है। अर्थवाद वो हुंदा है कि पंक्ति श्रवण करके ਉਹਦੇ महात्म ਨੂੰ जान के ਉਹਦੇ अर्थ ਵਿੱਚ चित्त ਨੂੰ ਟਿਕਾਉਣਾ। जद तक आप अर्थ ਵਿੱਚ चित्त नहीं ਟਿਕਾਉਂਦੇ ਉਦੋਂ तक अपना मन नहीं जुड़दा। अर्थां ਦੇ ਵਿੱਚ चित्त ਟਿਕਾਉਣਾ देखो इउं हुंदा है कि ਜਾਂ ਤਾਂ 100 ਪਾਠ ਜਪਜੀ ਸਾਹਿਬ ਦਾ ਰੋਜ਼ ਕਰੀ ਜਾਓ, ਜਾਂ ਫਿਰ ਇੱਕ ਪਾਠ ਜਪਜੀ ਸਾਹਿਬ ਦਾ ਰੋਜ਼ ਅਰਥਾਂ ਸਮੇਤ ਕਰ ਲਓ। ਸਿੰਗਲ ਪੰਕਤੀ ਕੋਈ ਖਾਸ ਔਖਾ ਨਹੀਂ ਹੁੰਦਾ ਹੈ। ਧਿਆਨ ਪੂਰਵਕ, ਜਿਵੇਂ ਬਹੁਤ ਧਿਆਨ ਨਾਲ ਬਹਿਣਾ, ਭਾਵੇਂ ਹੁਣ 3 ਘੰਟੇ ਲੱਗਣੇ ਤੇ ਧਿਆਨ ਨਾਲ ਬੈਠ ਕੇ ਪੰਕਤੀ ਦਾ ਵਿਚਾਰ ਕਰੀ ਜਾਣਾ। ਹੌਲੀ ਹੌਲੀ ਇੰਨਾ ਉਹਦੇ 'ਚ ਸਰਲ ਹੋ ਜਾਂਦਾ ਅਰਥ ਕਿ ਜਪਜੀ ਸਾਹਿਬ ਪੜ੍ਹਦਿਆਂ ਪੜ੍ਹਦਿਆਂ ਵਿਚਾਰ ਆਪਣੇ ਆਪ ਹੀ ਆਈ ਜਾਂਦੀ, ਅੰਦਰ ਸਰਲ ਹੋ ਜਾਂਦੀ ਹੈ। ਪਹਿਲਾਂ ਤਾਂ ਕਿੰਨੀਆਂ ਇੰਗਲਿਸ਼ ਸਿੱਖਣੀ ਕਿੰਨੀ ਔਖੀ, ਆਮ ਬੰਦੇ ਲਈ ABC ਸਿੱਖਦਾ ਸ਼ੁਰੂ ਕਰਦਾ, ਉਹਦੇ ਅੱਖਰ ਲਿਖਣੇ ਔਖੇ ਨੇ। ਜਦ ਉਹ ਬਹੁਤ ਮਾਹਰ ਹੋ ਜਾਂਦਾ ਇੰਗਲਿਸ਼ ਦਾ, ਤਾਂ ਉਹਨੂੰ ਉਹਦੀ ਟਰਾਂਸਲੇਸ਼ਨ ਦੀ ਲੋੜ ਨਹੀਂ ਪੈਂਦੀ, ਆਪਣੇ ਆਪ ਹੀ ਉਹ ਉਹਨਾਂ ਅੱਖਰਾਂ ਦਾ ਹੀ ਸਰੋਤਾ ਬਣ ਕੇ ਉਹਨਾਂ ਦਾ ਹੀ ਸਾਰਾ ਰੂਪ ਬਣ ਜਾਂਦਾ। ਉਹ ਇਸੇ ਤਰ੍ਹਾਂ ਗੁਰਬਾਣੀ ਹੈ। ਗੁਰਬਾਣੀ ਨੂੰ ਸੁਣਦਿਆਂ ਸੁਣਦਿਆਂ ਇਹਦੇ ਅਰਥਾਂ ਵਿੱਚ ਚਿੱਤ ਟਿਕਾ ਲੈਣਾ। ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਇਹਦੇ ਅਰਥ ਵਿੱਚ ਚਿੱਤ ਟਿਕਾ ਲਓ ਵੀ ਮੇਰਾ ਵਾਹਿਗੁਰੂ ਕਿੱਡਾ ਵੱਡਾ, ਸਾਨੂੰ ਨਚੀਜਿਆਂ ਨੂੰ ਕਿੰਨੀ ਚੀਜ਼ ਬਣਾਤਾ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਉਹ ਸਾਨੂੰ ਕੌਣ ਪੁੱਛਦਾ ਸੀ? ਜਦ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, उदों बाद साढ़े सिर ते सावत सूरत दस्तार सिरा बनाया, ककार पहनाए धन गुरु हरगोबिंद साहिब महाराज ने। पहला ककार तो पहला ही पहनाते। एक कशहरा तो आदि काल तो चलिया आउंदा, एक तो 10वें पातशाह ने थोड़ी प्रारंभ किया। कशहरा तो महाराज भी पाउंदे, पहले पातशाह तो लैके कशहरा तो पिछों ही चलिया आउंदा। ये तो रामचंद्र जी वेले चलिया आउंदा, तो हनुमान भी कशहरे ही पाउंदा। सारिया चीज़ों को संयुक्त रूप च इकट्ठा आके 10वें पातशाह ने करके 5 ककार बनाए ने। ये किते फेर आ जाऊगा ककारां दा, क्योंकि कोई भी किसी ते खुश होकर उन्होंने एक चीज़ दे दिंदा। मोटी जी गल ये है भी शिव जी भमानसर दैन ते प्रसन्न होया, उन्हें अपना कड़ा देता, उन्होंने एक चीज़ देती ना खुश होके। रामचंद्र जी खुश हो या किसी ना किसी ने खुश होकर दित्तियां एक एक करके। पर तुसी जानो सच के कलगियां वाले दी अपने ते इन्नी खुशी है कि आपां नूं इकट्ठे ही 5 ककार दिते हुए ने, है कि नहीं? किड्डी बख्शिश की महाराज जी ने। सो इस करके सतगुरु महाराज सच्चे पातशाह कहंदे ने जिहड़ा अर्थवाद है ना, अर्थ दे विच ध्यान टिका लेना, ये श्रवण का एक चिन्ह है। आपां कहंदे मेरा मन नहीं टिकदा, मन नहीं टिकदा, अर्थ विच चित्त जोड़,
ਹੁਣ ਕੱਲੀ ਬਾਣੀ ਦਾ ਫਰਾਟਾ ਚਲਾਈ ਜਾਂਦਾ, ਪੜ੍ਹੀ ਜਾ ਪੜ੍ਹੀ ਜਾ ਪੜ੍ਹੀ ਜਾ, ਪੜ੍ਹ ਗੱਡੀ ਲੱਦੀ ਆ, ਪੜ੍ਹ ਭਰੀ ਆ ਸਭ, ਕਦੇ ਅਰਥ ਵੱਲ ਵੀ ਧਿਆਨ ਦਿੱਤਾ ਉਹਦਾ ਭਾਵ ਕੀ ਹੈ। ਜਦ ਤੱਕ ਤੁਸੀਂ ਸ਼ਰਵਣ ਕਰਦੇ ਹੋਏ ਅਰਥ ਵਿੱਚ ਚਿੱਤ ਨਹੀਂ ਜੋੜਦੇ, ਉਦੋਂ ਤੱਕ ਸ਼ਰਵਣ ਦਾ ਸਰੂਪ ਪੂਰਾ ਨਹੀਂ ਹੁੰਦਾ, ਉਦੋਂ ਤੱਕ ਸ਼ਰਵਣ ਸਹੀ ਨਹੀਂ ਗਿਣਿਆ ਜਾਂਦਾ। ਛੇਵਾਂ ਜਿਹੜਾ ਹੈ ਸ਼ਰਵਣ ਦਾ ਸਰੂਪ, ਉਹ ਹੈਗਾ ਉਪਪਤੀ। ਉਪਪਤੀ ਹੁੰਦਾ ਜੁਗਤੀ, ਜੁਗਤੀ ਹੁੰਦੀ ਦਲੀਲ, ਜਿਹੜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਦੇ ਰਾਹੀਂ ਬ੍ਰਹਮ ਦੀ ਦਲੀਲ ਦਿੰਦੇ ਨੇ ਨਾ ਆਪਾਂ ਨੂੰ, ਉਸ ਦਲੀਲ ਦੇ ਵਿੱਚ ਮਨ ਨੇ ਜੁੜ ਜਾਣਾ। ਕਿਹੜੀ ਦਲੀਲ ਦਿੱਤੀ ਆਪਾਂ ਨੂੰ? ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਦਲੀਲ ਦਿੱਤੀ ਆ ਉਹ ਰੱਬ ਦੇ ਪਿਆਰਿਓ, ਰੱਬ ਸਰਬ ਵਿਆਪਕ ਹੈ, ਉਹ ਤੁਹਾਡੇ ਅੰਦਰ ਹੈ, ਤੁਹਾਡੇ ਬਾਹਰ ਹੈ। ਇਹ ਤਾਂ ਕਿੰਨੀਆਂ ਹੀ ਪੰਗਤੀਆਂ ਗੁਰਬਾਣੀ ਦੇ ਵਿੱਚ, ਕੋਈ ਅੰਤ ਹੈ ਕਿਤੇ ਵਾਹਿਗੁਰੂ ਦਾ, ਜਿੰਨੀ ਉਪਮਾ ਮਹਾਰਾਜ ਨੇ ਕੀਤੀ ਹੈ। ਸਰਬ ਵਿਆਪਕ ਹੈ ਭਾਈ ਵਾਹਿਗੁਰੂ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਉਹ ਪਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਇਹੀ ਤਾਂ ਮਹਾਰਾਜਾ ਉਹ ਉਪਪਤੀ ਦਿੰਦੇ ਨੇ ਆਪਾਂ ਨੂੰ, ਜੁਗਤੀ ਦਿੰਦੇ ਨੇ, ਦਲੀਲ ਦਿੰਦੇ ਨੇ। ਵਾਹਿਗੁਰੂ ਤੇਰੇ ਕੋਲ ਵਾਹਿਗੁਰੂ ਹੈ, ਤੇਰੇ ਅੰਦਰ ਹੈ, ਤੇਰੇ ਬਾਹਰ ਹੈ, ਸਰਬ ਵਿਆਪਕ ਹੈ। ਇਹਨਾਂ ਦਰਖਤਾਂ ਵਿੱਚ ਹੈ, ਇਹਨਾਂ ਪੰਛੀਆਂ ਵਿੱਚ ਹੈ, ਇਹਨਾਂ ਪਸ਼ੂਆਂ ਵਿੱਚ ਹੈ, ਇਹਨਾਂ ਬੰਦਿਆਂ ਵਿੱਚ ਹੈ, ਉਹ ਕੁਦਰਤ ਵਿੱਚ ਵਸਿਆ ਹੋਇਆ, ਤਾਰਿਆਂ ਵਿੱਚ ਹੈ, ਚੰਦਰਮਾ ਵਿੱਚ ਹੈ, ਸੂਰਜ ਵਿੱਚ ਹੈ। ਇਹਨੂੰ ਉਪਪਤੀ ਕਹਿੰਦੇ ਨੇ। ਇਹ ਸਰਵਣ ਦੀਆਂ 6 ਜੁਗਤੀਆਂ ਹੋ ਗਈਆਂ। ਇਹ 2 ਪ੍ਰਕਾਰ ਦਾ ਸਰਵਣ ਹੈ, ਪਹਿਲਾਂ ਸੁਣਿਆ ਆਪਾਂ ਨੇ। ਹੁਣ ਆਪਾਂ ਨੂੰ ਇਹ ਪਤਾ ਲੱਗ ਗਿਆ ਕਿ ਜਿਹੜੀਆਂ ਅੱਗੇ ਚੱਲ ਕੇ ਦੇਖੋ, ਇਹ ਇੱਕ ਪੌੜੀ ਵਿੱਚ ਆਪਣਾ ਕਾਫੀ ਟਾਈਮ ਲੱਗ ਗਿਆ, ਪਰ ਇਹ ਤੁਹਾਨੂੰ ਪਤਾ ਕਿੱਥੇ ਤੱਕ ਜਾਣੀ ਹੈ। ਅੱਗੇ ਤੀਰਥ ਨਾਵਾਂ ਜੇ ਜੁਗ ਚਾਰੇ ਆਰਜਾ, ਸੁਣਿਆ ਦੀਆਂ 4 ਪੌੜੀਆਂ, ਮੰਨੇ ਦੀਆਂ 4 ਪੌੜੀਆਂ। ਇਹ 10 ਪੌੜੀਆਂ ਦੀ ਵਿਆਖਿਆ ਹੋ ਰਹੀ ਹੈ ਇਕੱਠੀ ਹੋਈ। ਅੱਗੇ ਜਾ ਕੇ ਮੈਨੂੰ ਵਿਆਖਿਆ ਕਰਨ ਦੀ ਫਿਰ ਲੋੜ ਨਹੀਂ ਪੈਣੀ। ਜਦੋਂ ਮੈਂ ਕਹੂੰਗਾ ਸੁਣਿਆ ਸਤ ਸੰਤੋਖ ਗਿਆਨ, ਤੁਹਾਨੂੰ ਸੁਣਿਆ ਦਾ ਸ਼ਰਵਣ ਦੇ 2 ਲੱਛਣ, 2 ਪ੍ਰਕਾਰ ਤੇ 6 ਚਿੰਨ੍ਹ ਪਤਾ ਹੋਣਗੇ ਵੀ ਸ਼ਰਵਣ ਦਾ ਮਹਾਤਮ ਇਹ ਹੁੰਦਾ। ਸਭ ਤੋਂ ਵੱਧ ਜ਼ੋਰ ਆਪਣਾ 5 ਪ੍ਰਮਾਣ ਦੀ ਪੌੜੀ 'ਚ ਲੱਗਣਾ। ਜਾ ਕੇ 5 ਪ੍ਰਮਾਣ ਦੀ ਪੌੜੀ 'ਚ ਬਹੁਤ ਜ਼ਿਆਦਾ ਵਿਆਖਿਆ ਆਉਂਦੀ ਫਿਰ, ਕਿਉਂਕਿ ਉਹ ਨਿਧਿਆਸਣ ਦੀ ਪੌੜੀ ਹੈ। ਹੁਣ ਇਹ ਸ਼ਰਵਣ ਦਾ ਲੱਛਣ ਸ਼ਰਵਣ ਕੀਤਾ। ਆਪਾਂ ਉਹ ਕਹਿਦੇ ਰੋਜ਼ ਕੇ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਪ੍ਰੇਮੀ ਤਾਂ ਪੜ੍ਹ ਕੇ ਹਟ ਗਿਆ, ਪਰ ਪ੍ਰੇਮੀ ਨੂੰ ਇਹ ਪਤਾ ਹੀ ਨਹੀਂ ਵੀ ਸ਼ਰਵਣ ਹੁੰਦਾ ਕੀ। ਸ਼ਰਵਣ ਦਾ ਗਿਆਨ ਹੋ ਗਿਆ। ਹੁਣ ਜਿਹੜਾ ਮੰਨਣ ਦਾ ਗਿਆਨ ਹੈ, ਮੰਨਣ ਵਿੱਚ 2 ਚੀਜ਼ਾਂ ਆਉਂਦੀਆਂ ਨੇ। ਸੋ ਜੀਵ ਅਤੇ ਬ੍ਰਹਮ ਦੇ ਵਿੱਚ ਜਿਹੜੀਆਂ ਭੇਦ ਦੀਆਂ ਬਾਧਕ ਜੁਗਤੀਆਂ ਨੇ, ਇਹਦੀ ਵਿਆਖਿਆ ਮੈਂ ਖੋਲ ਦਿੰਦਾ। ਭੇਦ ਦੀਆਂ ਜਿਹੜੀਆਂ ਨੇ ਉਹ ਜੁਗਤੀਆਂ ਨੇ, ਇਸ ਪ੍ਰਕਾਰ ਆਪਸ ਦੇ ਵਿੱਚ ਇਹਨਾਂ ਦਾ ਮਿਲਾਪ ਹੁੰਦਾ। ਹੁਣ ਜੇ ਭੇਦ ਦੀਆਂ ਬਾਧਕ ਜੁਗਤੀਆਂ ਤੇ ਅਭੇਦ ਦੀਆਂ ਸਾਧਕ ਜੁਗਤੀਆਂ ਕਹਿੰਦੇ ਉਹਨੂੰ। ਭੇਦ ਦੀਆਂ ਬਾਧਕ ਜੁਗਤੀਆਂ ਉਹ ਨੇ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ ਕੈ ਭੀਤਰ ਹੈ ਅੰਤਰਾ, ਜਿਨ੍ਹਾਂ ਬੰਦਿਆਂ ਦੇ ਅੰਦਰ ਅੰਤਰਾ ਹੈ, ਫਰਕ ਹੈ ਵਾਹਿਗੁਰੂ ਨਾਲੋਂ, ਪੜਦਾ ਪਿਆ ਜਿਨ੍ਹਾਂ ਦੀ ਮੱਤ ਦੇ ਉੱਤੇ। ਕਹਿੰਦੇ ਉਹ ਬੰਦੇ ਕਹੇ ਜੇ ਨੇ ਜੀ ਮਹਾਰਾਜ, ਕਹਿੰਦੇ ਜੈਸੇ ਪਸ ਤੈਸੇ ਓਏ ਨਰਾ। ਕਹਿੰਦੇ ਜਿਹਾ ਜਿਹਾ ਡੰਗਰ ਹੋ ਗਿਆ ਉਹ ਜਿਹਾ ਬੰਦਾ ਹੋ ਗਿਆ। ਇਹਨੂੰ ਕਹਿੰਦੇ ਨੇ ਭੇਦ ਦੀਆਂ ਜਿਹੜੀਆਂ ਬਾਧਕ ਜੁਗਤੀਆਂ, ਜਿਹੜੀਆਂ ਸਾਡੇ 'ਚ ਰੁਕਾਵਟ ਖੜੀਆਂ ਕਰਨ ਵਾਲੀਆਂ ਚੀਜ਼ਾਂ, ਪਰਮੇਸ਼ਰ ਅਤੇ ਸਾਡੇ ਵਿੱਚ ਜਿਹੜੇ ਸਾਡੇ ਅੰਤਰੇ ਨੇ, ਅਤੇ ਜਿਹੜੀਆਂ ਅਭੇਦ ਦੀਆਂ ਸਾਧਕ ਜੁਗਤੀਆਂ ਨੇ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸਰਬ ਵਿਆਪਕ ਹੈ ਵਾਹਿਗੁਰੂ। ਸਰਬ ਵਿਆਪਕ ਕਿਸੇ ਵੀ ਪੰਗਤੀ ਰਾਹੀਂ ਆਪਾਂ ਨੂੰ ਸਤਿਗੁਰੂ ਮਹਾਰਾਜ ਕਹਿੰਦੇ ਵਾਹਿਗੁਰੂ ਸਰਬ ਵਿਆਪਕ ਹੈ। ਕਹਿੰਦੇ ਬਨਸਪਤੀ ਦੇ ਵਿੱਚ ਜਿਵੇਂ ਸਾਰੇ ਥਾਂ ਜਿਵੇਂ ਅਗਨੀ ਵਿਆਪਕ ਹੈ, ਸੋ ਇਸੇ ਪ੍ਰਕਾਰ ਦੁੱਧ ਦੇ ਵਿੱਚ ਜਿਵੇਂ ਘਿਓ ਹੈ, ਇਸੇ ਤਰ੍ਹਾਂ ਹੀ ਸ੍ਰਿਸ਼ਟੀ ਦੇ ਅੰਦਰ ਪਰਮੇਸ਼ਰ ਹੈ, ਇਸੇ ਤਰ੍ਹਾਂ ਹੀ ਤੇਰੇ ਹਿਰਦੇ ਵਿੱਚ ਵਾਹਿਗੁਰੂ ਹੈ। ਇਹ ਅਭੇਦ ਦੀਆਂ ਜਿਹੜੀਆਂ ਸਾਧਕ ਜੁਗਤੀਆਂ ਨੇ, ਇਹਨਾਂ ਦੇ ਰਾਹੀਂ, ਇਹਨਾਂ ਦੋਨਾਂ ਦੇ ਰਾਹੀਂ ਉਸ ਬ੍ਰਹਮ ਦਾ ਚਿੰਤਨ ਕਰਨਾ, ਜਿਹੜਾ ਸੌਖੇ ਅੱਖਰ ਨੇ, ਕੋਈ ਔਖੇ ਨਹੀਂ ਹੈ ਚਿੰਤਨ ਕਰਨਾ ਬ੍ਰਹਮ ਦਾ। ਇਹਨਾਂ 2 ਪੰਗਤੀਆਂ ਰਾਹੀਂ ਭਈ ਮੈਂ ਆਪਣੇ ਅੰਦਰੋਂ ਅੰਤਰਾ ਦੂਰ ਕਰਨਾ, ਸ਼ਰਧਾ ਨੂੰ ਵਧਾਉਣਾ, ਨਿਸ਼ਰਧਕ ਪੁਣੇ ਨੂੰ ਖਤਮ ਕਰਨਾ। ਇਹਨੂੰ ਕਹਿੰਦੇ ਨੇ ਮੰਨਣ ਕਰਨਾ। ਸੁਣਿਆ ਤੇ ਮੰਨਿਆ। ਮੰਨਣ ਤਾਂ ਸੌਖਾ ਹੀ ਹੈ, ਸੁਣਿਆ ਵਿੱਚ ਜ਼ਿਆਦਾ ਵਿਸਥਾਰ ਸੀ, ਮੰਨਣ ਵਿੱਚ 2 ਹੀ ਗੱਲਾਂ ਆਉਂਦੀਆਂ ਨੇ। ਮੰਨਣ ਵਿੱਚ ਇਹ ਮੰਨੋ ਕਿ ਉਹ ਵਾਹਿਗੁਰੂ ਮੇਰੇ ਅੰਦਰ ਹੈ, ਮੇਰੇ ਬਾਹਰ ਹੈ।
ਇਉਂ ਨਾ ਆਖੋ ਵੀ ਵਾਹਿਗੁਰੂ ਤਾਂ ਬੜੀ ਦੂਰ ਹੈ, ਫਿਰ ਤੁਸੀਂ ਮੰਨਣ ਵਾਲਿਆਂ 'ਚ ਨਹੀਂ ਆਉਣਾ। ਇਹ ਮੰਨੋ ਸਾਰੇ ਜਾਣੇ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੇਵਕ ਜਨ ਮਾਨੈ, ਮੰਨਣ ਆ ਗਿਆ ਨਾ ਵਿੱਚ। ਮਹਾਰਾਜ ਕਹਿੰਦੇ ਇਹ ਬਚਨ ਸਾਡਾ ਸੱਤ ਮੰਨ ਲਓ ਕਿ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਗੱਲ ਨੂੰ ਮੰਨੋ, ਮੰਨੋ ਕਿ ਅੰਮ੍ਰਿਤ ਜਿਹੜੀ ਦਾਤ ਹੈ ਬਹੁਤ ਵੱਡੀ ਹੈ। ਜਦ ਮੰਨਣਾ ਸ਼ੁਰੂ ਹੋ ਗਏ ਨਾ ਆਪਾਂ, ਤਾਂ ਇਹ ਦੋਨੋਂ ਪ੍ਰਕਾਰ ਦਾ ਚਿੰਤਨ ਜਿਹੜਾ ਸੋ ਭੇਦ ਦੀਆਂ ਬਾਧਕ ਜੁਗਤੀਆਂ ਤੇ ਅਭੇਦ ਦੀਆਂ ਸਾਧਕ ਜੁਗਤੀਆਂ ਇਹਨਾਂ ਦੇ ਅਧੀਨ ਹੋ ਕੇ ਚੱਲ ਪਏ। ਜਦੋਂ ਇੱਕ ਚੀਜ਼ ਨੂੰ ਰੋਕੀ ਜਾਣਾ, ਮਾੜੀ ਨੂੰ ਅੱਛੇ ਨੂੰ ਗ੍ਰਹਿਣ ਕਰੀ ਜਾਣਾ, ਇਹਨੂੰ ਮੰਨਣ ਕਹਿੰਦੇ ਨੇ। ਸੋ ਇਸ ਪ੍ਰਕਾਰ ਜਿਹੜੇ ਮੰਨਣ ਕਰਦੇ ਨੇ, ਫਿਰ ਉਹ ਕਰਦੇ ਨੇ ਅੱਗੇ ਚੱਲ ਕੇ ਤੀਸਰੀ ਸਟੇਜ ਉਹਨਾਂ ਦੀ ਆਉਂਦੀ ਨਿਧਿਆਸਣ ਕਰਨਾ। ਨਿਧਿਆਸਣ ਤਾਂ ਵੈਸੇ ਸਿੱਧਾ ਅਰਥ ਹੈ ਕਮਾਈ ਕਰਨੀ, ਪਰ ਨਿਧਿਆਸਣ ਦੇਖ ਤਾਂ ਲਈਏ ਹੈ ਕੀ ਚੀਜ਼ ਹੈ। ਨਿਧਿਆਸਣ ਹੁਣ ਇਉਂ ਹੈ ਜਿਵੇਂ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਲਾ ਜਗਿਆਸੂ ਸ਼ਰਵਣ ਤਾਂ ਕਰਦਾ, ਮੰਨਣ ਵੀ ਕਰਦਾ, ਪਰ ਉਹ ਇੱਕ ਕੰਮ ਨਹੀਂ ਕਰਦਾ। ਕੀ ਨਹੀਂ ਕਰਦਾ? ਉਹ ਜਿਹੜੀਆਂ ਵਿਜਾਤੀ ਬਿਰਤੀਆਂ ਤੇ ਸਜਾਤੀ ਬਿਰਤੀਆਂ ਹੁੰਦੀਆਂ ਦੋ ਪ੍ਰਕਾਰ ਦੀਆਂ। ਵਿਜਾਤੀ ਬਿਰਤੀ ਉਹ ਹੁੰਦੀ ਹੈ ਜਿਹੜੀ ਅਗਿਆਨ ਨੂੰ ਜਨਮ ਦਿੰਦੀ ਹੈ। ਵਿਜਾਤੀ ਬਿਰਤੀ ਦੇ ਰਾਹੀਂ ਅਗਿਆਨ ਸਾਡੇ ਅੰਦਰ ਨੂੰ ਤੁਰਿਆ ਆਉਂਦਾ ਹੈ। ਵਿਜਾਤੀ ਬਿਰਤੀ ਜੋ ਅਗਿਆਨ ਨੂੰ ਜਨਮ ਦਿੰਦੀ ਹੈ, ਇਸ ਦਾ ਤਿਰਸਕਾਰ ਕਰਨਾ, ਇਹਨੂੰ ਰੋਕਣਾ। ਜਿਹੜੀ ਚੀਜ਼ ਆਪਾਂ ਨੂੰ ਅਗਿਆਨ ਦੇਵੇ ਉਹਨੂੰ ਰੋਕਣਾ, ਤੇ ਸਜਾਤੀ ਬਿਰਤੀ ਜਿਹੜੀ ਗਿਆਨ ਨੂੰ ਜਨਮ ਦਿੰਦੀ ਹੈ ਉਹਦਾ ਪ੍ਰਵਾਹ ਚਲਾਉਣਾ। ਕੋਸ਼ਿਸ਼ ਇਹ ਕਰਨੀ, ਕੋਸ਼ਿਸ਼ ਕਰਨੀ ਹੈ। ਟ੍ਰੈਫਿਕ ਵਾਲਿਆਂ ਨੂੰ ਜ਼ਿਆਦਾ ਪਤਾ, ਜਿਹੜੀ ਇੱਕ ਰਸਤਾ ਬੰਦ ਕਰ ਦੇਣਾ, ਦੂਜਾ ਚਲਾ ਦੇਣਾ ਜੇ ਬਹੁਤਾ ਜਾਮ ਲੱਗ ਜੇ। ਬਸ ਇਹੀ ਚੀਜ਼ ਹੈ, ਬਹੁਤ ਸੌਖੀ ਗੱਲ ਹੈ ਵੀ ਜਿਹੜੀ ਚੀਜ਼ ਆਪਾਂ ਨੂੰ ਅਗਿਆਨ ਦਿੰਦੀ ਹੈ ਉਹਨੂੰ ਛੱਡੋ, ਜਿਹੜੀ ਚੀਜ਼ ਗਿਆਨ ਦਿੰਦੀ ਉਹਨੂੰ ਗ੍ਰਹਿਣ ਕਰ ਲਓ। ਇਹ ਹੈ ਵਿਜਾਤੀ ਬਿਰਤੀਆਂ ਦਾ ਤਿਆਗ ਕਰਨਾ, ਸਜਾਤੀ ਬਿਰਤੀਆਂ ਨੂੰ ਗ੍ਰਹਿਣ ਕਰਨਾ। ਭਾਈ ਗੁਰਦਾਸ ਜੀ ਨੇ 11ਵੀਂ ਵਾਰ 'ਚ ਤੀਜੀ ਪੌੜੀ 'ਚ ਇਹ ਸਜਾਤੀ ਤੇ ਵਿਜਾਤੀ ਬਿਰਤੀਆਂ ਦਾ ਕਥਨ ਕੀਤਾ। ਭਾਈ ਗੁਰਦਾਸ ਜੀ ਕਹਿੰਦੇ ਕਾਮ ਕ੍ਰੋਧ ਵਿਰੋਧ ਲੋਭ ਮੋਹ ਅਹੰਕਾਰ ਤਜਾਇਆ। ਇਹ ਹੈਗਾ ਅਗਿਆਨ ਵਾਲੀ ਬਿਰਤੀ ਦਾ ਤਿਆਗ ਕਰਨਾ, ਭਾਵ ਜਿਹੜੀ ਵਿਜਾਤੀ ਬਿਰਤੀ ਉਹਦਾ ਤਿਆਗ ਕਰ ਦਿੱਤਾ। ਫਿਰ ਕੀ ਕੀਤਾ ਭਾਈ ਸਾਹਿਬ ਜੀ? ਕਹਿੰਦੇ ਨੇ ਸਤ ਸੰਤੋਖ ਦਇਆ ਧਰਮ ਨਾਮ ਦਾਨ ਇਸ਼ਨਾਨ ਦ੍ਰਿੜਾਇਆ। ਇਹ ਹੋ ਗਈ ਸਜਾਤੀ ਬਿਰਤੀ। ਕਹਿੰਦੇ ਜਿਹੜੀ ਚੀਜ਼ ਨੂੰ ਗ੍ਰਹਿਣ ਕਰਨ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਹੀਂ ਬੋਲਣਾ। ਤੀਜੇ ਪਾਤਸ਼ਾਹ ਵੀ ਕਹਿੰਦੇ ਨੇ, ਇਹ ਮਹਾਰਾਜ ਨੇ ਕੀ ਕਿਹਾ? ਇਹ ਕਹਿੰਦੇ ਵਿਜਾਤੀ ਬਿਰਤੀ ਹੈ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਹੀਂ ਬੋਲਣਾ। ਕਹਿੰਦੇ ਬਹੁਤੀਆਂ ਗੱਲਾਂ ਨਾ ਕਰਿਆ ਕਰ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਸਾਰੀਆਂ ਚੀਜ਼ਾਂ ਛੱਡ ਦੇ। ਇਹ ਤਾਂ ਵਿਜਾਤੀ। ਹੁਣ ਮਹਾਰਾਜ ਸਜਾਤੀ ਬਿਰਤੀ ਵਿੱਚ ਕੀ ਕਰੀਏ? ਮਹਾਰਾਜ ਕਹਿੰਦੇ ਸਜਾਤੀ ਬਿਰਤੀ ਤਾਂ ਸਾਰੇ ਬਾਣੀ ਰਾਹੀਂ ਹੀ ਕਹੀ ਹੈ ਤੁਹਾਨੂੰ। ਸਜਾਤੀ ਬਿਰਤੀ ਨੇਤਰੋ ਮੇਰਿਓ ਸ਼ਰਵਣੋ ਮੇਰਿਓ, ਇਹ ਰਸਨਾ ਤੂੰ ਅਨਰਸ ਰਾਹ ਚਾਹੀ। ਉੱਥੇ ਤਾਂ ਤੁਹਾਨੂੰ ਵਿਜਾਤੀ ਸਜਾਤੀ ਬਿਰਤੀਆਂ ਦੱਸੀਆਂ, ਸਿਰਫ ਦੱਸਣ ਨਾਲ ਹੀ ਆਪਾਂ ਨੂੰ ਪਤਾ ਲੱਗਦਾ ਹੈ। ਹੁਣ ਜਦੋਂ ਵੀ ਆਪਾਂ ਬਾਣੀ ਪੜਾਂਗੇ ਆਪਾਂ ਨੂੰ ਸੁਤੇ ਸਿੱਧੀ ਪਤਾ ਲੱਗ ਜਾਣਾ ਕਿ ਸ਼ਰਵਣ ਮੰਨਣ ਤੇ ਨਿਧਿਆਸਣ ਕੀ ਚੀਜ਼ ਹੁੰਦੀ ਹੈ। ਸ਼ਰਵਣ ਮੰਨਣ ਨਿਧਿਆਸਣ ਜਦੋਂ ਵੀ ਹੁਣ ਕਥਾ ਵਿੱਚ ਕਦੇ ਵੀ ਅੱਗੇ ਨੂੰ ਬੋਲਾਂਗੇ ਤੁਹਾਨੂੰ ਫੱਟ ਪਤਾ ਲੱਗ ਜਾਣਾ ਕਿ ਸ਼ਰਵਣ ਮੰਨਣ ਨਿਧਿਆਸਣ ਆਹ ਚੀਜ਼ ਹੁੰਦੀ ਹੈ। ਹੁਣ ਇਹ ਸੁਣਿਆਂ ਦੀਆਂ ਪੌੜੀਆਂ ਅੱਗੇ ਪੰਜ ਪ੍ਰਵਾਨ ਦੀਆਂ ਪੌੜੀਆਂ ਤੱਕ ਸੁਤੇ ਸਿੱਧ ਸਾਰਾ ਆਪਣਾ ਰਸਤਾ ਸਾਫ਼ ਹੋ ਗਿਆ। ਆਪਾਂ ਨੂੰ ਪਤਾ ਚੱਲ ਗਿਆ ਹੈ ਕਿ ਸ਼ਰਵਣ ਮੰਨਣ ਨਿਧਿਆਸਣ ਹੁੰਦਾ ਕੀ ਹੈ। ਇਹ ਇੰਨੇ ਵਿੱਚ ਹੀ ਰੱਖਿਆ। ਗਾਵੀਆ ਸੁਣੀਆ ਮਨ ਮੰਨਣ ਦਾ ਵਾਚਕ ਹੈ, ਰੱਖੀਆ ਉਹਨੂੰ ਕਮਾਉਣ ਦਾ ਵਾਚਕ ਹੈ, ਭਾਵ ਪ੍ਰਕਾਸ਼ ਦਾ ਵਾਚਕ ਹੈ। ਭਾਈ ਗਾਓ ਸੁਣੋ ਮੰਨੋ ਕਮਾਓ ਤੇ ਹਿਰਦੇ 'ਚ ਫਿਰ ਪ੍ਰਕਾਸ਼ ਹੋ ਜਾਂਦਾ। ਇਉਂ ਜਾਣ ਕੇ ਸੁਣੋ ਵੀ ਮੈਂ ਸਤਿਗੁਰੂ ਜੀ ਨੂੰ ਸੁਣਦਾ ਹਾਂ। ਜੇ ਆਪਾਂ ਇਹ ਕਹੀਏ ਇਹ ਤਾਂ ਆਪੋ ਆਪਣੀ ਸੋਚਣੀ ਹੈ। ਜੇ ਆਪਾਂ ਕਹੀਏ ਵੀ ਵਾਹਿਗੁਰੂ ਵਾਹਿਗੁਰੂ ਇਹ ਜਿਹੜਾ ਬੈਠਾ ਤਾਬਿਆ ਇਹ ਬੋਲਦਾ, ਫਿਰ ਤੁਸੀਂ ਕਾਮਯਾਬ ਨਹੀਂ ਹੋਣਾ। ਜੇ ਤੁਸੀਂ ਕਹੋ ਆ ਸਾਡੀ ਸੰਗਤ ਵਾਹਿਗੁਰੂ ਵਾਹਿਗੁਰੂ ਬੋਲਦੀ ਹੈ, ਫਿਰ ਵੀ ਪੂਰੀ ਕਾਮਯਾਬੀ ਨਹੀਂ ਹੈ। ਮਹਾਰਾਜ ਨੇ ਗਾਵੀ ਹੈ। ਜਦੋਂ ਤੁਹਾਨੂੰ ਆਵਾਜ਼ ਆਵੇ ਨਾ ਵਾਹਿਗੁਰੂ ਮੰਤਰ ਦੀ ਗੁਰਬਾਣੀ ਦੀ, ਤਾਂ ਤੁਸੀਂ ਇਸ ਮਨ ਦੇ ਅੰਦਰ ਪੱਕਾ ਨਿਸ਼ਚਾ ਕਰ ਲਓ
ਤੇ ਧੁਰਕੀ ਬਾਣੀ ਆਈ। ਇਹ ਅਕਾਲ ਪੁਰਖ ਆਪ ਬੋਲ ਰਹੇ ਨੇ, ਸਾਰਿਆਂ ਵਿੱਚ ਬੈਠ ਕੇ ਬੋਲਦੇ ਨੇ, ਮੈਨੂੰ ਸੁਣਾ ਰਹੇ ਨੇ, ਮੈਂ ਸੁਣ ਰਿਹਾ ਉਹਨਾਂ ਪਾਸੋਂ। ਵਾਹਿਗੁਰੂ ਮੈਨੂੰ ਆਪਣਾ ਨਾਮ ਆਪ ਸੁਣਾ ਰਹੇ ਨੇ, ਮੈਂ ਸੁਣ ਰਿਹਾ ਹਾਂ। ਵਾਹਿਗੁਰੂ 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 ਏਕ ਓੰਕਾਰ ਵਾਹਿਗੁਰੂ ਸਤਿਨਾਮ ਵਾਹਿਗੁਰੂ। ਕਰਤਾ ਪੁਰਖ ਵਾਹਿਗੁਰੂ ਨਿਰਭਉ ਵਾਹਿਗੁਰੂ। ਨਿਰਵੈਰ ਵਾਹਿਗੁਰੂ ਅਕਾਲ ਮੂਰਤ ਵਾਹਿਗੁਰੂ। ਅਜੂਨੀ ਸੈਭੰ ਵਾਹਿਗੁਰੂ ਗੁਰ ਪ੍ਰਸਾਦ ਵਾਹਿਗੁਰੂ। ਜਪ ਆਦਿ ਸਚ ਵਾਹਿਗੁਰੂ ਜੁਗਾਦ ਸਚ ਵਾਹਿਗੁਰੂ। ਆਦਿ ਸਚ ਵਾਹਿਗੁਰੂ ਜੁਗਾਦ ਸਚ ਵਾਹਿਗੁਰੂ। ਹੈ ਭੀ ਸਚ ਵਾਹਿਗੁਰੂ ਨਾਨਕ ਹੋਸੀ ਭੀ ਸਚ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਬਾਣੀ ਨੂੰ
ਸੁਣੋ ਬਾਣੀ ਨੂੰ, ਮਨ ਵਿੱਚ ਵਸਾ ਲਓ ਤੇ ਮਨ ਦੇ ਅੰਦਰ ਵਸਾ ਕੇ ਭਾਵਨਾ ਰੱਖ ਕੇ ਪ੍ਰਕਾਸ਼ ਹੁੰਦਾ। ਗਾਵੀਆ ਸੁਣੀਆ ਮਨ ਰੱਖੀਆ ਭਾਉ। ਇਹ ਤਾਂ ਆਪਾਂ ਸੁਣ ਲਿਆ ਕਿ ਵੀ ਗਾਉਣਾ ਕਿਵੇਂ ਹੈ ਤੇ ਸੁਣਨਾ ਕਿਵੇਂ ਹੈ, ਮੰਨਣਾ ਕਿਵੇਂ ਹੈ, ਨਿਧਾਸਣ ਕਿਵੇਂ ਕਰਨਾ ਹੈ। ਮਨ ਦੇ ਅੰਦਰ ਭਾਵ ਪ੍ਰੇਮ ਰੱਖੋ। ਜੇ ਇੰਨਾ ਕੁਝ ਕਰਾਂਗੇ, ਬਾਣੀ ਨੂੰ ਇਸ ਢੰਗ ਨਾਲ ਪੜਾਂਗੇ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਫਿਰ ਦੁੱਖ ਜਿਹੜੇ ਨੇ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ। ਇਹ ਚਾਰ ਜਿਹੜੇ ਦੁੱਖ ਨੇ ਵੱਡੇ ਹਨ। ਕੁਝ ਦੁੱਖ ਤਾਂ ਇੱਥੇ ਹੀ ਨਿਬੇੜਨੇ ਪੈਂਦੇ ਨੇ, ਕੁਝ ਦੁੱਖ ਪਰਲੋਕ ਵਿੱਚ ਜਾ ਕੇ, ਜਮਦੂਤਾਂ ਦਾ ਦੁੱਖ, ਨਰਕਾਂ ਦਾ ਦੁੱਖ। ਮਹਾਰਾਜ ਕਹਿੰਦੇ ਜਦੋਂ ਜਿਹੜਾ ਤੇਰਾ ਕਰਮ ਹੈ ਦੁੱਖਾਂ ਦੀ ਨਿਵਰਤੀ ਵਾਸਤੇ ਤੈਨੂੰ ਦੱਸਿਆ ਕਿ ਪ੍ਰੇਮ ਦੇ ਨਾਲ ਗਾਵੀ ਹੈ, ਫਿਰ ਸੁਣੀ ਹੈ, ਫਿਰ ਮਨ ਰੱਖੀ ਹੈ ਭਾਉ। ਗਾਵੀ ਹੈ ਜਦੋਂ ਸਤਿਗੁਰੂ ਜੀ ਗਾਉਂਦੇ ਨੇ, ਜਾਂ ਤੂੰ ਬਾਣੀ ਭਾਈ ਆਪ ਵੀ ਗਾਉਣਾ, ਜਦੋਂ ਰਾਗੀ ਸਿੰਘ ਵੀ ਗਾਉਂਦੇ ਨੇ, ਗਾਉਂਦੇ ਤਾਂ ਸਤਿਗੁਰੂ ਹੀ ਨੇ। ਦੂਜਿਆਂ ਦਾ ਤਾਂ ਨਾਂ ਹੀ ਹੁੰਦਾ ਕਿ ਰਾਗੀਆਂ ਨੇ ਇਹ ਸ਼ਬਦ ਪੜ੍ਹਿਆ, ਪਰ ਹੈ ਤਾਂ ਸਤਿਗੁਰੂ ਦਾ ਹੀ ਸ਼ਬਦ ਹੈ। ਉਹ ਜਿਹੜੇ ਵਿੱਚ ਗਾਉਣ ਵਾਲੇ ਨੇ ਉਹਨਾਂ ਨੂੰ ਛੱਡ ਦੇ, ਸਿੱਧਾ ਲਿੰਕ ਸਤਿਗੁਰੂ ਨਾਲ ਬਣਾ ਕੇ ਸਤਿਗੁਰੂ ਨੇ ਇਹ ਸ਼ਬਦ ਗਾਇਨ ਕੀਤਾ ਹੈ। ਸੁਣੀਏ ਸ਼ਰਧਾ ਤੇ ਵਿਸ਼ਵਾਸ ਦੇ ਕੰਨਾਂ ਨਾਲ ਸੁਣ ਕੇ ਮਨ ਦੇ ਅੰਦਰ ਮੰਨਣ ਕਰਕੇ ਰੱਖੀਏ, ਵਸਾਈਏ ਉਹਨੂੰ, ਭਾਵ ਪ੍ਰੇਮ ਕਰੀਏ, ਫਿਰ ਭਾਵ ਪ੍ਰਕਾਸ਼ ਹੋ ਜਾਂਦਾ ਜੀਵ ਦੇ ਅੰਦਰ। ਫਿਰ ਇਹ ਦੁੱਖ ਪਰਹਰ, ਫਿਰ ਦੁੱਖਾਂ ਦੀ ਪਰਹਰ ਦਾ ਹੁੰਦਾ ਨਾਸ਼ ਕਰਨਾ। ਹੋਰ ਛੋਟਾ ਅਰਥ ਕਰ ਲੈਂਦੇ, ਪਰ ਹੁੰਦਾ ਵਿਸ਼ੇਸ਼ ਕਰਕੇ, ਹਰ ਹੁੰਦਾ ਨਾਸ਼ ਕਰਨਾ। ਵਿਸ਼ੇਸ਼ ਕਰਕੇ ਦੁੱਖਾਂ ਦੀ ਜਿਹੜੀ ਨਿਵਰਤੀ ਹੋ ਜਾਂਦੀ ਹੈ, ਚਾਹੇ ਉਹ ਕੈਸੇ ਵੀ ਦੁੱਖ ਹੋਣ, ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ, ਸਾਰੇ ਦੁੱਖਾਂ ਦੀ ਨਿਵਰਤੀ ਹੁੰਦੀ ਹੈ। ਅੱਜ ਦੇ ਯੁੱਗ ਦੇ ਵਿੱਚ ਜਿੰਨੇ ਵੀ ਗੁਰਸਿੱਖ ਕੋਈ ਵੀ ਮਾਈ ਭਾਈ ਮਿਲਦੇ ਆ, ਉਹਨਾਂ ਦਾ ਇਹੀ ਹੁੰਦਾ ਕਿ ਕੋਈ ਐਸੀ ਜੁਗਤੀ ਦੱਸੋ ਵੀ ਚੁਟਕੀ 'ਚ ਹੀ ਕੰਮ ਹੋ ਜਾਏ ਆਪਣਾ। ਇਹ ਜਿਹੜਾ ਚੁਟਕੀ 'ਚ ਨਿਰੰਕਾਰ ਦਿਖਾਉਣਾ, ਇਹ ਆਪਣੇ ਕੋਲ ਨਹੀਂ ਹੈਗਾ। ਆਪਣੇ ਕੋਲ ਤਾਂ ਮਿਹਨਤ ਹੈ। ਮਿਹਨਤ ਕਰੋ, ਆਪਣੀ ਮਿਹਨਤ ਵਿੱਚ ਸੁੱਖ ਨਿਕਲਣਾ। ਜੇ ਤੁਸੀਂ ਕਹੋ ਕਿ ਮੈਂ ਮਿਹਨਤ ਤੋਂ ਬਿਨਾਂ ਹੀ ਪ੍ਰਾਪਤ ਕਰ ਲਵਾਂ, ਮਿਹਨਤ ਤੋਂ ਬਿਨਾਂ ਕੁਝ ਨਹੀਂ ਪ੍ਰਾਪਤ ਹੋਣਾ। ਖਾਲੀ ਰਹੀ ਜਾਓਗੇ, ਕੋਈ ਫਾਇਦਾ ਨਹੀਂ, ਭਟਕਦੇ ਫਿਰੋਗੇ। ਆਪ ਹੀ ਬਣ ਜਾਓ ਸਾਰਾ ਕੁਝ ਮਿਹਨਤ ਕਰਕੇ। ਦੁੱਖਾਂ ਦੀ ਨਿਵਰਤੀ ਕਰਕੇ, ਜੰਮਣ ਤੇ ਮਰਨ ਦਾ ਦੁੱਖ, ਵਿਛੋੜੇ ਦਾ ਦੁੱਖ, ਭੁੱਖ ਦਾ ਦੁੱਖ, ਰੋਗ ਦਾ ਦੁੱਖ, ਇਹ ਸਾਰੇ ਹੀ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਪਹਿਲੇ ਅਰਥ ਵਿੱਚ ਆਇਆ ਸੀ ਕਿ ਆਤਮਿਕ ਸੁੱਖ ਆਪਣੇ ਹਿਰਦੇ ਰੂਪ ਘਰ ਵਿੱਚ ਲੈ ਜਾਂਦਾ, ਪਰ ਕਿਉਂਕਿ ਹੁਣ ਦੂਸਰਾ ਭਾਵ ਅਰਥ ਚੱਲ ਰਿਹਾ ਇਹਦਾ, ਇਹ ਦੁੱਖਾਂ ਦੀ ਨਿਵਰਤੀ ਕਰਕੇ ਸੁੱਖ ਸਰੂਪ, ਕੱਖੇ ਨੂੰ ਔਂਕੜਨ, ਸੁੱਖ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਘਰ ਦਾ ਅਰਥ ਸਰੂਪ ਹੈ। ਸੁੱਖ ਸਰੂਪ ਵਾਹਿਗੁਰੂ ਦੇ ਵਿੱਚ ਲੈ ਜਾਏ। ਲੈ ਦਾ ਅਰਥ ਹੈ ਲੀਨ ਹੋਣਾ, ਉਤਪਤੀ ਲੈਤਾ ਪਾਲਣਾ ਕਰਨਾ। ਕਿਉਂਕਿ ਇੰਨੇ ਅੱਖਰ ਕੋਈ ਵੀ ਬੰਦਾ ਨਹੀਂ ਪੜ੍ਹਦਾ ਡੂੰਘਾਈ ਨਾਲ ਜਿੰਨੇ ਅੱਖਰਾਂ ਦੇ ਅਰਥ ਹੁੰਦੇ ਨੇ। ਇਸੇ ਕਰਕੇ ਆਮ ਬੰਦੇ ਨੂੰ ਹੁੰਦਾ ਵੀ ਇੰਨੇ ਅਰਥ ਕਿਵੇਂ ਹੋ ਗਏ, ਇਹਦਾ ਇੰਨਾ ਭਾਵ ਕਿਵੇਂ ਨਿਕਲਿਆ ਆ। ਸੋ ਲੈ ਦਾ ਅਰਥ ਹੁੰਦਾ ਲੈ ਚਿੰਤਨ ਕਰਨਾ। ਜਦੋਂ ਚਿੰਤਨ ਕਰਦਾ ਤਾਂ ਪਰਮੇਸ਼ਰ ਵਿੱਚ ਲੈ ਹੋ ਜਾਂਦਾ, ਲੀਨ ਹੋ ਜਾਂਦਾ। ਮਹਾਰਾਜ ਕਹਿੰਦੇ ਫਿਰ ਸੁੱਖ ਸਰੂਪ ਘਰ ਦੇ ਵਿੱਚ, ਪਰਮਾਨੰਦ ਸਰੂਪ ਘਰ ਦੇ ਵਿੱਚ ਲੀਨ ਹੁੰਦਾ। ਤੁਰਿਆ ਪਦ ਸੁੱਖ ਸਰੂਪ ਘਰ ਦੇ ਵਿੱਚ ਲੀਨ ਹੁੰਦਾ, ਤੁਰਿਆ ਪਦ ਚਲਿਆ ਜਾਂਦਾ, ਸੁੱਖ ਸਰੂਪ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਂਦਾ ਜਾ ਕੇ। ਕਦੋਂ? ਉਹ ਕਹਿੰਦੇ ਨਿਰਵਿਕਲਪ ਸਮਾਧੀ ਦੇ ਵਿੱਚ ਜਾ ਕੇ। ਜਦੋਂ ਦੁੱਖ ਹਟ ਗਿਆ ਤੇ ਆਤਮਿਕ ਆਨੰਦ ਆ ਗਿਆ, ਉਦੋਂ ਬੰਦੇ ਨੂੰ ਫਿਰ ਆਪਾਂ ਹਿਲਾਈ ਜਾਈਏ, ਸਮਾਧੀ ਨਹੀਂ ਖੁੱਲਦੀ। ਉਹ ਨਿਰਵਿਕਲਪ ਸਮਾਧੀ ਹੁੰਦੀ। ਵਿਕਲਪਾਂ ਦੀ ਸਮਾਧੀ ਵੀ ਹੁੰਦੀ ਹੈ ਕਿ ਸਾਫ ਵਿਕਲਪ ਸਮਾਧੀ ਤਾਂ ਲੱਗ ਜਾਂਦੀ ਹੈ, ਪਰ ਉਹ ਸੰਕਲਪ ਆਈ ਜਾਂਦੇ ਨੇ।
ਹਰ ਇੱਕ ਸਮਾਧੀ ਨਿਰਵਿਕਲਪ ਹੈ, ਉਹ 'ਚ ਕੋਈ ਸਮਾਧੀ 'ਚ ਸੰਕਲਪ ਆਉਂਦਾ ਹੀ ਨਹੀਂ ਹੈ। ਮਹਾਰਾਜ ਇਹ ਗੁਰਮੁਖ ਆਪਣੇ ਮਨ ਨੂੰ ਕਿਵੇਂ ਟਿਕਾਉਂਦੇ ਨੇ, ਸਾਨੂੰ ਵੀ ਕਿਰਪਾ ਕਰਕੇ ਦੱਸੋ। ਮਹਾਰਾਜ ਕਹਿੰਦੇ ਦੇਖੋ ਵੀ ਸੰਸਾਰ ਦੇ ਬੰਦੇ ਤਾਂ ਸਵੇਰੇ ਉੱਠੇ ਨੇ, ਭਾਵੇਂ ਠੀਕ ਹੈ ਇਸ਼ਨਾਨ ਕੀਤਾ, ਖਾਣਾ ਸਵੇਰੇ ਸ਼ੁਰੂ ਕਰਦੇ ਬਸ, ਕੀ ਜੇ 5 ਬਾਣੀਆਂ ਪੜ੍ਹ ਵੀ ਲਈਆਂ ਇਹਨਾਂ ਨੇ, ਨਿਤਨੇਮ ਕਰ ਵੀ ਲਿਆ, ਤਾਂ ਬਸ ਖਾਣਾ ਸ਼ੁਰੂ ਹੋ ਜਾਣਾ। ਫਿਰ ਖਾਣਾ ਪੀਣਾ, ਹੱਸਣਾ, ਸੌਣਾ, ਵਿਸਰ ਗਿਆ ਹੈ ਮਰਨਾ, ਇਹ ਸਾਰਾ ਦਿਨ ਇਹੀ ਕਰਦੇ ਰਹਿੰਦੇ, ਖਾਈ ਜਾਂਦੇ ਨੇ ਤੇ ਕੱਪੜੇ ਪਹਿਨ ਲਏ ਅੱਛੇ, ਕੋਈ ਆ ਗਿਆ ਉਹਦੇ ਨਾਲ ਗੱਲਾਂ ਕਰ ਲਈਆਂ। ਇਹਨਾਂ ਦਾ ਸਵੇਰ ਤੋਂ ਲੈ ਕੇ ਰਾਤ ਤੱਕ ਮਨ ਨਹੀਂ ਟਿਕਦਾ, ਤੇ ਰਾਤ ਨੂੰ ਤਾਂ ਫਿਰ ਟਿਕਣਾ ਹੀ ਕੀ ਹੈ, ਜਦ ਸੌਂਗੇ ਉਹ ਸਾਰੀ ਚੀਜ਼ ਅੰਦਰ ਹੀ ਘੁੰਮਦੀ ਰਹਿੰਦੀ ਹੈ। ਹੁਣ ਗੁਰਮੁਖਾਂ ਦੀ ਅਵਸਥਾ ਜਿਹੜੀ ਆ ਉਹ ਕੈਸੀ ਹੈ ਜੀ, ਕਹਿੰਦੇ ਗੁਰਮੁਖ ਨਾਦੰ, ਗੁਰਮੁਖ ਜਿਹੜੇ ਨੇ ਉਹ ਜਿਹੜਾ ਨਾਦ ਹੈ, ਕੀਰਤਨ ਹੈ, ਗੁਰਮੁਖ ਕੀਰਤਨ ਕਰਦੇ ਨੇ ਹਰ ਵਕਤ।